ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਜੀ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਇਸ ਪ੍ਰੋਗਰਾਮ ਦੇ ਅੰਤਰਗਤ ਜਾਣਕਾਰੀਆਂ ਆਪ ਸਭ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇਸ ਮਨਸ਼ਾਹਿਤ ਕਿ ਸਾਡੇ ਖੇਤਰੀ ਇਲਾਕੇ ਨੂੰ ਸਥਾਈ ਜਾਂ ਅਸਥਾਈ ਤੌਰ 'ਤੇ ਆਪਣਾ ਘਰ ਬਣਾਉਣ ਵਾਲੇ ਜਿਹੜੇ ਲੋਕ ਨੇ ਜਾਂ ਘੁੰਮਣ ਫਿਰਨ ਲਈ ਪਹੁੰਚੇ ਹੋਏ ਲੋਕ ਨੇ, ਉਹਨਾਂ ਨੂੰ ਸਾਡੇ ਆਪਣੇ ਖੇਤਰੀ ਇਲਾਕੇ ਅਤੇ ਖਾਸ ਕਰ ਆਪਣੇ ਸ਼ਹਿਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਬਾਰੇ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਨੇ ਪੁਖਤਾ ਅਤੇ ਲੇਟੈਸਟ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈਆਂ ਜਾ ਸਕਣ। ਪ੍ਰੋਗਰਾਮ ਪਸੰਦ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਚੱਲਿਆ ਆ ਰਿਹਾ ਜਿਹੜਾ ਅਕੀਦਾ ਹੈ, ਉਸ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਆਪ ਸਭ ਨੂੰ ਪਤਾ ਹੀ ਹੈ ਕਿ ਕਿਸੇ ਵੀ ਸਮਾਜ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਵਕਤੀ ਤੌਰ ਦੇ ਉੱਤੇ ਜ਼ਿੰਦਗੀ ਦੀ ਚੱਲ ਰਹੀ ਗੱਡੀ ਜਦੋਂ ਲੀਹ ਤੋਂ ਉਤਰ ਜਾਂਦੀ ਹੈ, ਉਸ ਦੌਰ ਦੇ ਵਿੱਚ ਸੇਵਾਵਾਂ ਦੀ ਔਰ ਖਾਸ ਤਰ੍ਹਾਂ ਦੀਆਂ ਸਰਵਿਸਿਜ਼ ਦੀ ਜ਼ਰੂਰਤ ਪੈਂਦੀ ਹੈ। ਔਰ ਉਹਨਾਂ ਲੋਕਾਂ ਨੂੰ ਉਸ ਵਕਤੀ ਤੌਰ ਦੇ ਉੱਤੇ ਸਹਾਰਾ ਦੇ ਕੇ ਥੰਮ ਵੜ ਕੇ ਨਾਲ ਖੜਨ ਅਤੇ ਫਿਰ ਉਹਨਾਂ ਦੀ ਆਪਣੀ ਗੱਡੀ ਚਾਲੇ ਪਾ ਦੇਣ ਦੇ ਸਮੇਂ ਦੇ ਲਈ ਖਰਾਤੀ ਸੰਸਥਾਵਾਂ ਮਨੁੱਖੀ ਸਮਾਜ ਦਾ ਧੁਰਾ ਨੇ। ਇਹੀ ਕਾਰਨ ਹੈ ਕਿ ਖਰਾਤੀ ਸੰਸਥਾਵਾਂ ਨੂੰ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਸਰਕਾਰ ਤੋਂ ਲੈ ਕੇ ਆਮ ਲੋਕਾਂ ਵੱਲੋਂ ਮਦਦ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ। ਕਈ ਅਕੀਦੇ ਇਸ ਨੂੰ ਦਾਨ ਪੁੰਨ ਵੀ ਮੰਨਦੇ ਹੈ ਔਰ ਇਸ ਮਨਸ਼ਾਹਿਤ ਦਿੱਤੀ ਜਾਂਦੀ ਹੈ ਕਿ ਇਸ ਪੈਸੇ ਧਨ ਰਾਸ਼ੀ ਦੀ ਸਾਂਭੋ ਸੰਭਾਲ ਸਮਾਜਿਕ ਅਤੇ ਨੈਤਿਕ ਤੌਰ ਤਰੀਕਿਆਂ ਦੇ ਅੰਤਰਗਤ ਪ੍ਰਬੰਧਕੀ ਢਾਂਚਾ ਕਰਦੇ ਹੋਏ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ। ਪਰ ਇਸ ਸਦੀ ਦਾ ਖਾਸ ਤੌਰ ਦੇ 'ਤੇ ਤਰਾਸਦੀ ਰਹੀ ਹੈ। ਪਹਿਲੇ ਦਹਾਕੇ ਦੇ ਵਿੱਚ ਗੱਡੀ ਲੀਹ ਤੋਂ ਉਤਰੀ ਖਰਾਤੀ ਸੰਸਥਾਵਾਂ ਦੀ ਔਰ ਦੂਸਰੇ ਤੋਂ ਬਾਅਦ ਤੀਸਰੇ ਦਹਾਕੇ ਦੇ ਵਿੱਚ ਦੜਦੜਾਉਂਦੀ ਉਹ ਲੋਕ ਜਿਨ੍ਹਾਂ ਨੂੰ ਮਦਦ ਕਰਨੀ ਸੀ ਉਹਨਾਂ ਨੂੰ ਲਿਤੜਨ ਦਾ ਜਿਹੜਾ ਕੰਮ ਹੈ ਇਹਨਾਂ ਨੇ ਚਾਲੂ ਕਰ ਦਿੱਤਾ। ਸੁਭਾਵਕ ਹੈ ਜਿਸ ਤੋਂ ਤਵੱਕੋ ਬਿਹਤਰ ਕੀਤੀ ਜਾਵੇ ਉਸ ਦੀ ਸਥਾਪਨਾ ਬਿਹਤਰੀ ਦੇ ਲਈ ਕੀਤੀ ਜਾਵੇ ਔਰ ਉਹ ਇਸ ਤਰ੍ਹਾਂ ਦੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦੇਵੇ ਤਾਂ ਕਿਸੇ ਨੂੰ ਪਸੰਦ ਨਹੀਂ ਆ ਸਕਦਾ। ਖੈਰਾਤੀ ਸੰਸਥਾਵਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਪਿਛਲੇ ਦਹਾਕੇ ਤੋਂ ਚੱਲਦੇ ਆ ਰਹੇ ਨੇ, ਜਿਸ ਦੇ ਕਾਰਨ ਉਹ ਚਤੰਨ ਵੀ ਹੋਈਆਂ ਅਤੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਸੁਧਾਰ ਲਿਆਉਣ ਦੇ ਕੁਝ ਕਦਮ ਵੀ ਚੱਕੇ। ਪਿਛਲੇ ਕੁਝ ਸਮੇਂ ਤੋਂ ਅਸੀਂ ਆਪ ਸਭ ਨੂੰ ਸਾਡੀ ਆਪਣੀ ਕਮਿਊਨਿਟੀ ਦੀ ਸੰਸਥਾ ਪਿਕਸ ਦੇ ਸੰਬੰਧ ਦੇ ਵਿੱਚ ਪੂਰੀਆਂ ਜਾਣਕਾਰੀਆਂ ਦਿੰਦੇ ਆ ਰਹੇ ਹਾਂ। ਜਿਤਨੀ ਦੇਰ ਤੱਕ ਸੁਧਾਰ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਜਾਰੀ ਰਹਿਣਗੀਆਂ। ਇਸ ਦੇ ਨਾਲ ਨਾਲ ਅਟਾਰਾ ਦਾ ਜ਼ਿਕਰ ਅਸੀਂ ਤੁਹਾਡੇ ਸਾਰਿਆਂ ਨਾਲ ਆਮ ਕੀਤਾ ਹੈ। ਉਹ ਇੱਕ ਉਦਾਹਰਨ ਰਹੀ ਹੈ ਜਿਹੜੀ ਇਸ ਤਰ੍ਹਾਂ ਲੱਗਦਾ ਕਿ ਉਹਦੀ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਸੀ ਪਿਕਸ ਵਾਲਿਆਂ ਦੀ ਵੀ ਕਾਰਗੁਜ਼ਾਰੀ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲਣ ਵਾਲੀ ਰਹੀ ਹੈ। ਅਟਾਰਾ ਦਾ ਇਸੇ ਪ੍ਰਕਾਰ ਆਪਣੀਆਂ ਮਨਮਰਜ਼ੀਆਂ ਕਰਨਾ, ਨਾ ਸੁਣਨਾ, ਆਖਰਕਾਰ BC ਸੂਬਾ ਸਰਕਾਰ ਦਾ ਬੋਰਡ ਨੂੰ ਭੰਗ ਕਰਨਾ ਅਤੇ ਬਾਕੀ ਸਾਰੇ ਦੀ ਸਾਰੀ ਧੁਲਾ ਧਲਾਈ ਤੋਂ ਉਪਰੰਤ ਸਾਰਿਆਂ ਨੂੰ ਕਤਾਈਆਂ ਕਰਨ ਵਾਲੇ ਜਿਹੜੇ ਕੀੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਫਾਈਨਲੀ ਡਿਸੀਜ਼ਨ ਲਿਆ ਗਿਆ ਕਿ ਅਟਾਰਾ ਹੁਣ ਆਪਣੀਆਂ ਸੇਵਾਵਾਂ ਦੇਣ ਦੀ ਪ੍ਰਕਿਰਿਆ ਜਿਹੜੀ ਆ ਉਸ ਨੂੰ ਕੋਡ ਆਫ ਕੰਡਕਟ ਨੂੰ ਰੀਸੈਟ ਕਰ ਰਹੀ ਹੈ ਔਰ ਉਸ ਦੇ ਯਤਨ ਜਿਹੜੇ ਨੇ ਉਹਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਨੇ। ਨਾਲ ਦੀ ਨਾਲ ਸਵਾਲ ਇਹ ਵੀ ਪਹੁੰਚਣੇ ਸ਼ੁਰੂ ਹੋ ਗਏ ਕਿ ਉਹਨਾਂ ਨੇ ਤਾਂ ਆਪਣੀਆਂ ਕਰਤੂਤਾਂ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਸਿੱਖ ਲਿਆ, ਆ ਜਿਹੜਾ ਆਪਣਾ ਪਿਕਸ ਵਾਲਾ ਲੁੰਗ ਲਾਣਾ ਭੈਣ ਜੀ ਇਹ ਤਾਂ ਕਹਿੰਦੇ ਕਤਾਈਆਂ ਨੂੰ ਮੰਨਣ ਲਈ ਤਿਆਰ ਨਹੀਂ। ਇਹ ਤਾਂ ਕਹਿੰਦੇ ਆ ਵੀ ਹਜੇ ਅਸੀਂ ਉਹਦੇ 'ਤੇ ਪਰਦਾ ਪਾਉਣਾ ਹੈ, ਜਿੰਨੀ ਕੁ ਦੇਰ ਢੱਕ ਸਕਦੇ ਹਾਂ ਹੋਰ ਢੱਕੋ। ਕਾਰਨ ਕੀ ਨੇ ਇਸ ਦੇ ਮੁਤਲਕ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਗੱਲਬਾਤ ਔਰ ਉਮੀਦ ਕਰਦੀ ਹਾਂ कि इस मुहिम दे विच तुसी सारे शामिल होवोगे। जी आशन। थैंक यू भैन जी। जितने भी लोग इस समय हमारे साथ शामिल है प्रोग्राम सुन रहे हैं, जी आई नो वेलकम एंड खुशामदीद। बहुत ही ब्यूटीफुल तरीके से आपने आज जो हमारे एडिटोरियल है वो दिए है और जहाँ पर बात होती है नॉन प्रॉफिट ऑर्गेनाइजेशन की तो हमारे और आप सभी का हक है इस पर बात करने के लिए, क्योंकि नॉन प्रॉफिट ऑर्गेनाइजेशन किसी की जायदाद नहीं है। कभी हम लोग ये सोचते हैं कि नॉन प्रॉफिट ऑर्गेनाइजेशन है, इनका CEO जो है या बोर्ड जो है ये उनका ऑर्गेनाइजेशन है। बिल्कुल नहीं, ये हमारा और आपका ऑर्गेनाइजेशन है और हम लोगों को इस ऑर्गेनाइजेशन के अंदर क्या हो रहा है वो सारी बातें जानने का पूरा हक है। दैट्स वाई इट्स कॉल्ड नॉन प्रॉफिट ऑर्गेनाइजेशन।
मेरे और आपकी मेहनत की जो कमाई है, जिससे टैक्स डॉलर्स जाते हैं, वो ही जो फंडिंग है इनको दिया जाता है, और उस फंडिंग से ये लोग ये संस्था चलाते हैं। और बचा कुचा जो है वो फंड रेजिंग करके नॉन प्रॉफिट ऑर्गेनाइजेशंस चलती है। खैर, ये फंड रेजिंग जो किया जाता है वो किसके अकाउंट में जाते हैं ये अलग बात है, लेकिन ये नॉन प्रॉफिट ऑर्गेनाइजेशन में फंडिंग्स जो है उसके साथ ये नॉन प्रॉफिट ऑर्गेनाइजेशंस चलती है। पिछले दिनों एक खबर लाई है ग्लोबल न्यूज़ वालों ने, और वो खबर आप तक ज़रूर पहुंचाना चाहूँगी। विसल ब्लोअर लाइन कोड ऑफ कंडक्ट अमंग फर्स्ट एक्शन एज नॉन प्रॉफिट अटारा सीक्स रीसेट। An embattled non-profit housing provider gave an update Tuesday on its efforts to reset Renew following the high-profile exit of its CEO. Janice Abbott stepped down as the head of Atara Women's Resource Society in May, a week after the release of a scathing forensic audit of BC Housing that found a conflict of interest. On last Tuesday, the organization released a 100-day update as the organization seeks to renew public trust under interim CEO Catherine Rumi. Since kicking off the renewal, Atara has introduced a code of conduct with an emphasis on avoiding conflict of interest and introduced a new whistleblower line to foster a speak-up culture, the organization said. It has also conducted its first risk assessment and reviewed its compliance with status and regulations as well as its operating contracts with BC Housing. Review of real estate assets also led to the decision to sell at least 1,500 square foot live workspace, Atara said. Additionally, the organization has launched a third-party review of its board governance to modernize its oversight practices and is working on recruiting a permanent new CEO. बहुत सारे recommendations है दीदी जिसके बारे में रिव्यू प्रैक्टिसेस के लिए कहा गया है। जी। एक inconsistent accounting practices applied across the portfolio. So there's a lot of things that are being investigated and are under investigation. The May audit into BC Housing highlighted a conflict of interest between its own CEO, Shane Ramsey, and Abbott, to whom he was married. The Ernst & Young report found that while one individual benefited materially from the relationships, Atara was awarded contracts without a competitive process, received a substantial increase in funding, and got at least $3 million in COVID-19 funds without appropriate internal BC Housing approval. Wow. Atara also took actions contrary to its operation agreements, the audit found, including using $2 million in restricted repayable funds to help fund a property purchase. The provider bypassed BC Housing's standard approval channels and approached senior members of the Crown Corporation directly for funding and other requests multiple times, it added. ਹੁਣ ਪਤਾ ਲੱਗਿਆ ਸਕੂਲ ਕਿੱਥੇ ਆ ਪਿਕਸ ਵਾਲਿਆਂ ਦਾ। Yes. ਹਾਂ, ਜੇ ਉਹ ਕਰ ਸਕਦੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਜੇ ਉਹ ਖੂਹ 'ਚ ਡਿੱਗਿਆ ਤਾਂ ਅਸੀਂ ਕਿਉਂ ਨਹੀਂ ਖੂਹ 'ਚ ਡਿੱਗ ਸਕਦੇ? Wow. ਸ਼ਰਮ ਆਉਂਦੀ ਹੈ ਕਈ ਦਫਾ ਹੈ ਨਾ ਜਦੋਂ ਸਿਮਿਲੈਰਿਟੀਜ਼ ਤੁਸੀਂ ਦੇਖਦੇ ਹੋ, ਹਾਂਜੀ। ਪਰ ਇੱਕ ਵੱਡੀ ਸਿਮਿਲੈਰਿਟੀ ਇਹਦੇ 'ਚ ਇਹ ਹੈ ਵੀ ਅਟੀਰਾ ਵਾਲਿਆਂ ਨੇ ਪਰਸਨਲ ਜਿਹੜਾ ਇੰਟਰਸਟ ਹੈ ਨਾ ਉਸ ਨੂੰ ਤਰਜੀਹ ਨਹੀਂ ਦਿੱਤੀ। ਪਿਕਸ ਵਾਲੇ ਅੱਗੇ ਵੱਧ ਗਏ ਹਾਂਜੀ। ਕਿਉਂਕਿ ਨੀਤ ਦੇ ਭੁੱਖੜ ਨੇ ਨਾ ਸਾਰੇ ਇਕੱਠੇ ਹੋਏ ਹੋਏ। ਉਹਨਾਂ ਨੇ ਆਪਣੇ ਪਰਸਨਲ ਇੰਟਰਸਟ ਪੱਤੀਆਂ ਦੇ ਰੂਪ ਦੇ ਵਿੱਚ ਰੱਖੇ ਹੋਏ ਨੇ ਜੀ। ਔਰ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ। ਆਟੇ ਦੇ ਵਿੱਚ ਨੂਣ ਦੇ ਬਰਾਬਰ ਜਿਹੜੇ ਨੇ ਉਹ ਪਾਸੇ ਨੇ, ਬਾਕੀ ਸਾਰਿਆਂ ਦੇ ਕਿਸੇ ਨਾ ਕਿਸੇ ਤੌਰ ਦੇ ਉੱਤੇ ਪਰਸਨਲ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਪਿਕਸ ਦੇ ਪਲੈਟਫਾਰਮ ਦੇ ਉੱਤੇ ਐਨਕਰੇਜ ਕੀਤਾ ਜਾ ਰਿਹਾ, ਐਕਸਪਲੋਰ ਕੀਤਾ ਜਾ ਰਿਹਾ ਔਰ ਪ੍ਰਾਪਤ ਕੀਤਾ ਜਾ ਰਿਹਾ। ਔਰ ਇਹ ਕਾਰਵਾਈ ਪਿਛਲੇ 5-10 ਸਾਲਾਂ ਤੋਂ ਬੜੇ ਚੰਗੀ ਤਰ੍ਹਾਂ ਨਸੰਗ ਤਰੀਕੇ ਨਾਲ ਚੱਲ ਰਹੀ ਹੈ। ਜਦੋਂ ਇਹ ਕਿਹਾ ਜਾਂਦਾ ਕਿ ਪਿਕਸ ਨੂੰ ਇਹਨਾਂ ਕੁਝ ਕੁ ਲੋਕਾਂ ਨੇ ਆਪਣੀ ਪਰਸਨਲ ਜਾਇਦਾਦ ਬਣਾਇਆ ਹੋਇਆ, ਪਰਸਨਲ ਪ੍ਰੋਪਰਟੀ ਬਣਾਇਆ ਹੋਇਆ, ਅੱਡਾ ਬਣਾਇਆ ਹੋਇਆ, ਜਿੱਥੋਂ ਇਹ ਨਸੰਗ ਹੋ ਕੇ
ਆਪਣਾ ਇਸ ਤਰ੍ਹਾਂ ਦਾ ਕਾਰੋਬਾਰ ਹੈ ਜਿਹੜਾ ਉਹ ਚਲਾਉਂਦੇ ਹੈ। ਤਾਂ ਇਹਦੇ 'ਚ ਬਿਲਕੁਲ ਕੋਈ ਅਤਕਥਨੀ ਨਹੀਂ ਹੈ। ਗੱਲਾਂ ਤਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਆਸ਼ਾ ਨਾ। ਕਹਿੰਦੇ ਜੀ ਮੈਨੂੰ 2 ਹਫ਼ਤਿਆਂ ਤੋਂ ਪਿਛਲਿਆਂ ਤੋਂ ਜਿਹੜੀ ਖਾਸ ਤੌਰ ਦੇ ਉੱਤੇ ਕਈ ਜਾਣਿਆਂ ਨਾਲ ਗੱਲ ਹੋਈ ਹੈ। ਕਹਿੰਦੇ ਭੈਣ ਜੀ, ਕਹਿੰਦੇ ਤੁਸੀਂ ਕਿਹਨਾਂ ਨੂੰ ਸ਼ਰਮ ਸੋਚਦੇ ਹੋ ਵੀ ਇਹਨਾਂ ਨੂੰ ਸ਼ਰਮ ਆਊ? ਕਹਿੰਦੇ ਇਹਨਾਂ ਨੂੰ ਸ਼ਰਮ ਨਹੀਂ, ਬੇਸ਼ਰਮ ਲੋਕ ਨੇ। ਜਿਹੜਾ ਧਨ ਦਾ ਦਿੱਤਾ ਹੋਇਆ ਧਨ ਖਾਣਾ ਜਾਂ ਧਨ ਦੀ ਥਾਂ ਤੇ ਸੇਵਾ ਸਾਧਨਾ ਵਾਲੇ ਥਾਂ ਦੇ ਉੱਤੇ ਬੈਠ ਕੇ ਆਪਣੇ ਆਪ ਨੂੰ ਰਾਜੇ ਸਮਝਣਾ, ਕਹਿੰਦੇ ਕੌਣ ਹੁੰਦੇ ਆ? ਵਿਗੜੇ ਹੋਏ ਡੇਰਿਆਂ ਵਾਲੇ ਸਾਧਾਂ ਨਾਲੋਂ ਵੀ ਗਾਹਾਂ ਬਣੇ ਇਹ ਗੰਦੇ। ਕਹਿੰਦੇ ਆ ਵਾ ਸ਼ਾਕਡ। ਫਿਰ ਉਹਨਾਂ ਨੇ ਡਿਟੇਲ ਦੱਸੀਆਂ ਵੀ ਹੁੰਦਾ ਕੀ ਕੀ ਹੈ। ਹਜੇ ਕਹਿੰਦੇ ਤੁਹਾਨੂੰ ਤਾਂ ਬਾਹਰੋਂ ਹੀ ਪਤਾ ਹੈ ਵੀ ਢਕੇ ਹੋਈ ਦੇ ਉੱਤੇ ਨਾ ਜਿਹੜਾ ਕਹਿੰਦੇ ਬਾਹਰ ਖੁਸ਼ਬੂਆਂ ਨਿਕਲੀਆਂ ਨੇ, ਅੰਦਰ ਕੀ ਕੀ ਰਿੱਝਦਾ ਔਰ ਕੀ ਕੀ ਰਿੱਝਦਾ ਰਿਹਾ। ਫਿਰ ਇਸ ਗੱਲ 'ਤੇ ਵੀ ਜ਼ਿਕਰ ਹੋਇਆ ਵੀ ਆਪਣੇ ਇੱਕ ਸੁਭਾਅ ਹੁੰਦਾ ਨਾ ਆਸ਼ਾ ਨਾ, ਕੋਈ ਚੀਜ਼ ਹੋਵੇ ਤਾਂ ਕਹਿੰਦੇ ਜੀ ਅੱਜ ਆਹ ਰਿੱਝ ਰਿਹਾ ਤੌੜੀ ਦੇ ਵਿੱਚ, ਅਤੇ ਇਹਦੀ ਉਹ ਖੁਸ਼ਬੂਆਂ ਬਾਹਰ ਆਉਂਦੀਆਂ ਨੇ, ਦੂਰ ਤੱਕ ਪਤਾ ਚੱਲ ਜਾਂਦੀਆਂ ਨੇ। ਹੁਣ ਇਹ ਡਿਪੈਂਡ ਕਰਦਾ ਕੀ ਵਧੀਆ। ਇਹੀ ਪ੍ਰਸ਼ੰਸਾ ਅਤੇ ਨਿੰਦਿਆ ਦੇ ਵਿੱਚ ਫ਼ਰਕ ਹੈ। ਪਰ ਬੇਸ਼ਰਮ ਲੋਕ ਨੇ ਜਿਹੜੇ ਨਿੰਦਿਆ ਨੂੰ ਵੀ ਆਪਣੀ ਪ੍ਰਸ਼ੰਸਾ ਸਮਝ ਲੈਂਦੇ ਆ। ਕਹਿੰਦੇ ਬਦਨਾਮ ਹੋਗੇ ਤਾਂ ਕਿ ਨਾਮ ਨਾ ਹੋਗਾ। ਔਰ ਇਹਨਾਂ ਦੇ ਵਿੱਚੋਂ ਕਈਆਂ ਨੇ ਬੈਠ ਕੇ ਵੀ ਕਿਹਾ, ਕਹਿੰਦੇ ਫ੍ਰੀ 'ਚ ਮਸ਼ਹੂਰੀ ਮਿਲ ਰਹੀ ਆ ਸਾਨੂੰ। ਫ੍ਰੀ ਦੇ ਵਿੱਚ ਕਹਿੰਦੇ ਮਸ਼ਹੂਰੀ ਮਿਲ ਰਹੀ ਹੈ। ਪਹਿਲਾਂ ਕੋਈ ਇੱਕਾ ਦੁੱਕਾ ਜਾਣਦੇ ਸੀ, ਹੁਣ ਸਾਰੇ ਹੀ ਜਾਣਦੇ ਆ। ਕੀ ਬੇਸ਼ਰਮ ਨੂੰ ਮਿਹਣਾ ਤੇ ਕੀ ਨਿਰਲੱਜ ਨੂੰ ਗਾਲ। ਆਹ ਹਾਲ ਇਹਨਾਂ ਇਹ ਉਂਗਲਾਣੇ ਦੀ ਹੈ। ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ। ਔਰ ਆਸ਼ਾ ਨਾ ਇੱਕ ਗੱਲ ਹੋਰ ਤਰੱਕੀ ਹੋਈ ਹੈ। ਆਪਾਂ ਕੋਡ ਆਫ ਕੰਡਕਟ ਦੀ ਗੱਲ ਕਰਦੇ ਆ ਨਾ, ਥੋੜੀ ਜਿਹੀ ਹਟ ਕੇ ਹੈ, ਬਟ ਇਟ ਹੈਜ਼ ਟੂ ਬੀ ਡਨ। ਹਾਂਜੀ। ਕਹਿੰਦੇ ਜੀ ਤੁਸੀਂ ਇਹ ਦੇਖੋ 76 ਤਰੀਕੇ ਦੀਆਂ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਪਿਛਲੇ ਸੰਡੇ ਮੇਰਾ ਖਿਆਲ। ਹਾਂਜੀ। 76 ਤਰੀਕੇ ਨਾਲ ਗੱਲਾਂ। ਕਹਿੰਦੇ ਵੀ ਖਾਸ ਜਿਹੜੇ ਬੰਦੇ ਸੀ ਪਿਕਸ ਦੇ ਹਮਾਇਤੀ ਸੀ, ਜਿਹੜੇ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦੇ ਸੀ, ਕਿਵੇਂ ਉਹਨਾਂ ਦੇ ਪੈਰਾਂ ਦੇ ਵਿੱਚ ਇਹਨਾਂ ਨੇ ਮਿੰਨਤਾਂ ਕਰਕੇ ਇਹ ਕਿਹਾ ਜੀ ਦੇਖੋ ਇਹ ਕੁਛ ਜੇ ਤੁਸੀਂ ਵੀ ਇਹ ਸਾਰੇ ਕਸ ਦੇ ਵਿੱਚ ਰਲ ਜਾਓਗੇ ਤਾਂ ਜਿਹੜੀ ਪਿਕਸ ਖਤਮ ਹੋ ਜੂਗੀ, ਬਦਨਾਮੀ ਹੋ ਜੂ। ਜਿਵੇਂ ਹੁਣ ਜਾਣੀ ਇਹਨਾਂ ਦੇ ਸਗਲੇ ਪੈਂਦੇ ਆ, ਹਾਰ ਪੈਂਦੇ ਆ ਨਾ। ਇਸ ਹੱਦ ਤੱਕ ਮੈਂਟਲ ਮੈਨੂਪੂਲੇਸ਼ਨ ਆਸ਼ਾ ਨਾ, ਇਸ ਹੱਦ ਤੱਕ ਕਿ ਉਹ ਲੋਕ ਜਿਹੜੇ ਸਵਾਲ ਕਰਦੇ ਆ ਵੀ ਇਹ ਤੁਹਾਡਾ ਕੀ ਚੱਲ ਕੀ ਰਿਹਾ ਹੈ। ਆ ਦੇਖੋ ਜੀ ਹੁਣ ਇਹ ਤਾਂ ਸਾਰੇ ਹੀ ਹੁੰਦਾ, ਨਾਲ ਇਹ ਵੀ ਬੇਸ਼ਰਮਗੀ ਨਾਲ ਕਿਹਾ ਗਿਆ ਇਹ ਤਾਂ ਜੀ ਸਾਰੇ ਹੀ ਹੁੰਦਾ, ਇਸ ਤਰ੍ਹਾਂ ਤਾਂ ਹੁੰਦਾ ਹੀ ਹੈ, ਚੱਲਦਾ ਹੀ, ਅਸੀਂ ਕਿਹੜਾ ਕੋਈ ਨਵਾਂ ਕਰ ਰਹੇ ਹਾਂ, ਇਹ ਪਹਿਲਾਂ ਵੀ ਹੁੰਦਾ ਸੀ। ਇੱਥੋਂ ਤੱਕ ਵੀ ਬੇਸ਼ਰਮਗੀ ਵਰਤੀ ਗਈ ਆ। ਕਹਿੰਦੇ ਪਹਿਲਾਂ ਵੀ ਹੁੰਦਾ ਸੀ। ਅਟੀਰਾ ਦੇ ਸਾਰੇ ਰੈਕਡ ਦੱਸਦੇ ਨੇ ਕਿ ਪਰਸਨਲ ਬੈਨੀਫਿਟ ਨਹੀਂ ਉਠਾਇਆ ਗਿਆ, ਪਰ ਪੂਰਾ ਜਿਹੜਾ ਪੋਲ ਹੈ, ਜਿਹੜਾ ਫੰਡਿੰਗ ਦਾ ਪੂਰਾ ਘੜਾ ਹੈ, ਉਹਦੇ ਵਿੱਚੋਂ ਆਪਣੇ ਤੌਰ 'ਤੇ ਪ੍ਰੈਫਰੈਂਸ ਦੇ ਤੌਰ ਦੇ ਉੱਤੇ ਜ਼ਿਆਦਾ ਫੰਡਿੰਗ ਲਈ ਹੈ, ਇਹ ਉਹਨਾਂ ਨੇ ਲਿਆ। ਔਰ ਉਹਨਾਂ ਫੰਡਾਂ ਨੂੰ ਮਿਸਮੈਨੇਜ ਕਿਸ ਪ੍ਰਕਾਰ ਕੀਤਾ ਗਿਆ ਔਰ ਆਪਣੇ ਜਿਹੜੇ ਨਿੱਜੀ ਮਫਾਦ ਨੇ ਉਹਨਾਂ ਨੂੰ ਪੂਰਾ ਕੀਤਾ ਗਿਆ। ਭਾਵ ਆਪਣੀਆਂ ਤਨਖਾਹਾਂ ਅਤੇ ਇਹ ਵੋ ਲਟਰ ਪਟਰ ਕਿੰਨਾ ਕੁਛ ਚੱਲਦਾ ਇਹਨਾਂ ਦਾ, ਆਪਣੇ ਆਪ ਨੂੰ ਰਾਜੇ ਸਮਝਦੇ ਆ ਔਰ ਉਹ ਕਤਾਈਆਂ ਮੰਨ ਲਈਆਂ ਗਈਆਂ। ਇੱਥੇ ਤਾਂ ਕੋਡ ਆਫ ਕੰਡਕਟ ਹੀ ਹੈ ਨਹੀਂ। ਕਹਿੰਦੇ ਕੋਡ ਆਫ ਕੰਡਕਟ 'ਤੇ ਜਦੋਂ ਸਵਾਲ ਉੱਠਦਾ ਇਸ ਤਰ੍ਹਾਂ ਦਾ ਦੀ ਕਹਿੰਦੇ ਸਾਰੇ ਹੀ ਹੁੰਦਾ ਹੈ। ਕੈਨ ਯੂ ਇਮੇਜਿਨ ਇਸ ਤਰ੍ਹਾਂ ਦਾ ਹਾਜਮਾ ਪੈਦਾ ਕੀਤਾ ਜਾ ਰਿਹਾ ਹੈ। ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹੀ, ਮੈਂ ਕਿਹਾ ਅਕਸਰ ਤੁਸੀਂ ਕਾਮਰੇਡੀ ਵਿਚਾਰਾਂ ਦੇ ਹੋ, ਤੁਸੀਂ ਕਹਿੰਦੇ ਹੋ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਧਾਰਮਿਕ ਥਾਵਾਂ 'ਤੇ ਕਿਤੇ ਵੀ ਕਥਾਈਆਂ ਹੁੰਦੀਆਂ ਨੇ, ਚੜਾਵਾ ਚੜ੍ਹਨਾ ਬੰਦ ਕਰ ਦਿਓ। ਪੂਰੀ ਬਹਿਸ ਹੋਈ, ਚੜਾਵਾ ਚੜਾਉਣਾ ਬੰਦ ਕਰ ਦਿਓ। ਮੈਂ ਕਿਹਾ ਬਿਲਕੁਲ, ਜਿੱਥੇ ਕਥਾਈਆਂ ਹੁੰਦੀਆਂ ਚੜਾਉਣਾ ਬੰਦ ਕਰ ਦਿਓ। ਆਪਣੇ ਆਪ ਬੈਂਕਾਂ ਨੂੰ ਨਿਲਾਮੀ ਹੋ ਜਾਂਦੀ ਆ। ਚਰਚਾਂ ਦਾ ਹਾਲ ਇਹੀ ਹੋਇਆ। ਮੈਂ ਫਿਰ ਤੁਸੀਂ ਮੈਨੂੰ ਇੰਝ ਦੱਸੋ ਵੀ ਇਸ ਤਰ੍ਹਾਂ ਦੀਆਂ ਕਤਾਈਆਂ ਕਰਨ ਵਾਲੀਆਂ ਤੁਹਾਡੀਆਂ ਖੈਰਾਤੀ ਸੰਸਥਾਵਾਂ ਨੇ ਜਿਹੜੀਆਂ, ਇਹਨਾਂ ਦਾ ਪੈਸੇ ਵਾਲਾ ਨਲਕਾ ਸਰਕਾਰ ਕਦੋਂ ਬੰਦ ਕਰੂਗੀ? ਸਰਕਾਰ ਨੇ ਤਾਂ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ। ਸਰਕਾਰ ਨੇ ਤਾਂ ਖੁੱਲੀ ਡਾਇਰੈਕਟ ਪਾਈਪਲਾਈਨ ਹੈ ਇਹਨਾਂ ਦੀ, ਚਾਹੇ ਆਟਵਾ ਤੋਂ ਹੋਵੇ ਚਾਹੇ ਵਿਕਟੋਰੀਆ ਤੋਂ ਹੋਵੇ। ਇਹਨਾਂ ਨੇ ਆਪਣੇ ਆਪ ਬੇਸ਼ਰਮ ਹੋਣਾ ਤੇ ਨਿਸੰਗ ਹੋਣਾ। ਇਹ ਕੋਡ ਆਫ ਕੰਡਕਟ ਦੇ ਆਧਾਰ ਦੇ ਉੱਤੇ, ਉਹਦੇ ਐਥਿਕਸ ਦੇ ਉੱਤੇ ਮੈਂ ਮੰਨਦੀ ਹਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਕਤਾਈਆਂ ਹੁੰਦੀਆਂ ਨੇ, ਮੈਂ ਸਭ ਤੋਂ ਪਹਿਲਾਂ ਕਹਾਂਗੀ ਬਿਲਕੁਲ ਜੀ ਗੋਲਕ 'ਚ ਟਕਾ ਨਾ ਪਾਓ। ਮੈਂ ਸਿੱਖਣੀ ਆ, ਮੈਂ ਇਸ ਗੱਲ 'ਚ ਮੰਨ ਕੇ ਕਿਤੇ ਵੀ ਗੁਰੂ ਘਰ ਦੇ ਖਾਤੇ ਦੇ ਵਿੱਚ ਉੱਥੇ ਦਿੱਤੇ ਹੋਏ ਲੋਕਾਂ ਦੇ ਵੱਲੋਂ ਦਾਨ ਦੀ ਕਤਾਹੀ ਹੁੰਦੀ ਆ, ਗਲਤ ਦੁਰਵਰਤੋਂ ਹੁੰਦੀ ਆ, ਬਿਲਕੁਲ ਬੰਦ ਕਰ ਦਿਓ।
ਪਰ ਸਰਕਾਰ ਸੁੱਤੀ ਪਈ ਹੈ, ਸਰਕਾਰ ਨੂੰ ਅਜੇ ਵੋਟਾਂ ਹੀ ਦਿਖਦੀਆਂ ਨੇ। ਉਹ ਇਸ ਤਰ੍ਹਾਂ ਦੀਆਂ ਕਤਾਈਆਂ ਕਰਨ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ, ਖਰਾਤੀ ਸੰਸਥਾਵਾਂ ਦੇ ਨਾਂ ਦੇ ਉੱਤੇ, ਤੇ ਉਹਨਾਂ ਨੇ ਸਿੱਧੀ ਪਾਈਪਲਾਈਨ ਕਿਉਂ ਲਾਈ ਹੋਈ ਆ ਪੈਸਿਆਂ ਦੀ? ਜਦੋਂ ਕਿ ਇੱਕ ਆਮ ਵਿਅਕਤੀ ਹੈ ਜਿਹੜਾ ਉਹ ਆਪਣੇ ਬੱਚਿਆਂ ਨੂੰ ਰੋਟੀ ਖਿਲਾਉਣ ਤੋਂ ਆਤਰ ਹੋਇਆ ਹੈ, ਇੱਕ ਆਮ ਮਿਹਨਤਕਸ਼ ਬੰਦਾ ਜਿਹਨੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਹੈ, ਔਰ ਉਹ ਵੈਟਰਨ ਹੈ ਜਾਂ ਬਜ਼ੁਰਗ ਆ, ਉਹਦੇ ਰਹਿਣ ਲਈ ਥਾਂ ਹੈ ਨਹੀਂ ਤੇ ਨਾ ਉਹਦੇ ਖਾਣ ਲਈ ਥਾਂ ਹੈ। ਇਜ਼ ਇਟ ਫੇਅਰ? ਔਰ ਇਹੀ ਜਿਹੀਆਂ ਖਰਾਤੀ ਸੰਸਥਾਵਾਂ ਕਹਿੰਦੀਆਂ ਨੇ ਦੇਖੋ ਜੀ ਸਾਡੇ ਤਾਂ ਸਗਾ ਕਲਾਇੰਟ ਵੱਧ ਗਏ। ਇਮੈਜਿਨ ਕਰੋ ਕਿ ਸਿਸਟਮ ਕਿਸ ਪ੍ਰਕਾਰ ਸਕਰੂ ਅਪ ਹੋਇਆ ਹੈ ਕਿ ਇੱਕ ਪਾਸਾ ਜਿਹੜਾ ਉਹ ਪ੍ਰੋਡਿਊਸ ਕਰ ਰਿਹਾ ਇਸ ਤਰ੍ਹਾਂ ਦਾ ਕੈਟੇਗਰੀ, ਤੇ ਦੂਜਾ ਸੇਵਾਵਾਂ ਦੇਣ ਵਾਲਾ ਉੱਧਰ ਵੀ ਖਾ ਰਿਹਾ ਹੈ ਤੇ ਇੱਧਰ ਵੀ ਖਾ ਰਿਹਾ ਹੈ। ਸੋਲਿਊਸ਼ਨ ਕਿਹਦੇ ਪਾਸ ਹੈ? ਨੋ, ਕਿਸੇ ਪਾਸ ਨਹੀਂ ਹੈ। ਹਰ ਕੋਈ ਸੋਚਦਾ ਕੋਈ ਦੂਸਰਾ ਸੋਲਿਊਸ਼ਨ ਲੱਭ ਲਏਗਾ। ਜੇ ਕਿਸੇ ਦੂਸਰੇ ਨੇ ਸੋਲਿਊਸ਼ਨ ਲੱਭਣਾ ਤਾਂ ਇਹੋ ਜਿਹੇ ਚੁਣੇ ਹੋਏ ਨੁਮਾਇੰਦਿਆਂ ਦਾ ਕੀ ਕਰਨਾ? ਇਹੋ ਜਿਹੀਆਂ ਸਰਕਾਰਾਂ ਦਾ ਦੱਸ ਕੀ करना? अचार पाना? खैर, इस बारे में आज हम बातचीत ज़रूर जारी रखेंगे और आप सभी से भी गुजारिश है कि सोचो ज़रा इस बारे में, सोचो ज़रा कि अटारा जो एक नॉन प्रॉफिट ऑर्गेनाइजेशन है अपने पहला कदम उठा रहे हैं कोड ऑफ कॉन्डक्ट रीसेटिंग के लिए, और यहाँ हमारे अपने कम्युनिटी का जो पिक्स है नॉन प्रॉफिट ऑर्गेनाइजेशन प्रोग्रेसिव इंटरकल्चरल कम्युनिटी सर्विसेज, वो इस बात को मानने को तैयार नहीं है कि उनके अंदर कितनी ज़्यादा गलत काम हो रही है। जो बोर्ड ऑफ डायरेक्टर्स है, सस्पेंडेड रियल्टर्स बैठे हुए हैं उसमें, और इसके अलावा शराबी लोग बैठे हुए हैं जिन्हें पहले पिक्स के नौकरी से हटाया गया था, उनको लाके बोर्ड ऑफ डायरेक्टर्स बनाए बैठे हुए हैं। और इसके साथ साथ और जो कारनामे हो रहे पिक्स के अंदर, जैसे कि कंवल कुम्मन जो नेफ्यू है CEO सतवीर चीमा का, क्या ये कॉन्फ्लिक्ट ऑफ इंटरेस्ट नहीं है कि एक CEO है, दूसरा हेड ऑफ फाइनेंस बना बैठा हुआ है, पैसे आते हैं, कहाँ जाते हैं, किधर जाते हैं, किसके अकाउंट में जाते हैं, क्या हो रहा है क्या नहीं हो रहा। एक पिक्चर बाहर लगाया हुआ है, AGM में बता दिया रो रो कर कि हमारे जी ऑडिट हुआ था। आपके ऑडिट आपने खुद करवाया था, सरकार ने नहीं करवाया, और सरकार को ऑडिट कराना बहुत ज़रूरी है इस वक्त। पिक्स के जितने भी कंप्लेंट्स हैं, जो एलिगेशंस पिक्स के ऊपर लगे हुए हैं, इन सब की इन्वेस्टिगेट कराना बहुत ज़रूरी है। एंड दिस इज़ व्हाट वी एज कम्युनिटी वांट। और ये आवाज़ सिर्फ हम दोनों की नहीं है, आवाज़ कम्युनिटी की है। कम्युनिटी को भरोसा हट गया है पिक्स के ऊपर से। खैर दोस्तों, वापस आते हैं कुछ व्यापारिक संदेशों के बाद। ज़रूर साथ देते रहिए, सुनते रहिए www.mwlive.ca। घर दा प्लान ते बन गया, टूटियां ते टब कित्थों लेने आ शेरिया? सरदार नॉर्थ अमेरिका ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। कमाओ फोन 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ। Reflection Banquet and Convention Center, a new and best hall in Surrey. Modern, elegant, top class, big patios के साथ, best food, lots of variety. You want to give the best to your guests? Party book करो Reflection Banquet and Convention Center ते 604-618-5114 6638 152 A Street, Surrey। Reflection Banquet and Convention Center। ओहो, रात ਦੇ 2 ਵੱਜ ਗਏ, ਪਕਣਾ ਢਿੱਡ 'ਚ ਚੂਹੇ ਦੌੜਦੇ ਨੇ। ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ। ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲ੍ਹਦੇ ਨੇ। ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ। ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ, ਵੈਜ, ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ। 604-596-1990। ਪਾਇਲ ਚਾਟ ਹਾਊਸ ਆਉਣ ਲੱਗੇ, ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ। ਹੋਰ ਤਾਂ ਹੋਰ, ਪਾਰਟੀ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ। ਅੱਜ ਹੀ ਕਰੋ ਕੇਟਰਿੰਗ ਬੁੱਕ 604-518-7444। ਪਾਇਲ ਚਾਟ ਹਾਊਸ।
ਪਲਾਨ ਇੰਸ਼ੋਰੈਂਸ ਕੋਲੋਂ ਲਓ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ। ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ। ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 6043632200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ। ABC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ। ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 6043632200 604-363-2200 और विजिट planinsurance.ca। बिरयानी गोट कढ़ाई निहारी चिकन कढ़ाई बाबा की बीफ कबाब ਓਏ ਆਹ कढ़ाई ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 6045724000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 6045758000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਸਾਡੇ ਦੇ ਸਪਾਂਸਰ ਨੇ ਫੈਮਿਲੀ ਕੇਅਰ ਫਾਰਮੇਸੀ। ਕਮਿਊਨਿਟੀ ਦੀ ਆਪਣੀ ਫਾਰਮੇਸੀ ਹੈ ਜਿੱਥੋਂ ਤੁਸੀਂ ਹਰ ਪ੍ਰਕਾਰ ਦੀਆਂ ਦਵਾਈ ਬੂਟੀ, ਵਿਟਾਮਿਨ, ਸਪਲੀਮੈਂਟਸ ਤੇ ਹਰਬਲ ਮੈਡੀਸਨਸ ਲਾ ਸਕਦੇ ਹੋ। ਹੋਮੋਪੈਥਿਕ ਡਾਕਟਰ ਵੀ ਅਵੇਲੇਬਲ ਆ। ਹਫਤੇ ਦੇ 7 ਦਿਨ ਖੁੱਲ੍ਹੇ ਰਹਿਣ ਵਾਲੀ ਫੈਮਿਲੀ ਕੇਅਰ ਫਾਰਮੇਸੀ ਦੀਆਂ 3 ਲੋਕੇਸ਼ਨਸ ਨੇ 8925 ਸਕਾਟ ਰੋਡ ਡੈਲਟਾ, 128 ਸਟਰੀਟ ਐਂਡ 96 ਐਵਨਿਊ ਸਰੀ, 1539 ਜੌਨਸਨ ਰੋਡ ਵਾਈਟ ਰੌਕ। ਸੰਪਰਕ ਕਰਨ ਲਈ ਟੈਲੀਫੋਨ ਨੰਬਰ 6045990211 ਜਾਂ ਫਿਰ 6045811900 ਤੇ ਕਰ ਸਕਦੇ ਹੋ ਜੀ ਕਾਲ। ਬਾਕੀ ਪਾਇਲ ਚਾਟ ਹਾਊਸ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਸਰੀ ਦਾ ਪਹਿਲਾ ਰੈਸਟੋਰੈਂਟ ਜਿਹੜਾ 24 ਘੰਟੇ ਖੁੱਲ੍ਹਾ ਹੁੰਦਾ ਹੈ ਔਰ ਪਾਇਲ ਬਿਜ਼ਨਸ ਸੈਂਟਰ ਵਿਖੇ ਹੈ, ਜਿੱਥੋਂ ਤੁਸੀਂ ਹਰ ਪ੍ਰਕਾਰ ਦੇ ਸਵਾਦੂ ਖਾਣੇ ਦਾ ਆਨੰਦ ਮਾਣ ਸਕਦੇ ਹੋ। ਅੱਧੀ ਰਾਤ ਪੈਰ ਦੇ ਤੜਕੇ ਕਿਸੇ ਵੀ ਟਾਈਮ ਭੁੱਖ ਲੱਗਦੀ ਹੈ ਤਾਂ ਪਾਇਲ ਚਾਟ ਹਾਊਸ ਤੇ ਆਰਡਰ ਕਰੋ ਜਾਂ ਬੈਠ ਕੇ ਖਾਣੇ ਦਾ ਆਨੰਦ ਮਾਣੋ। 6045961990 ਹੈ। 100 ਬੰਦੇ ਤੱਕ ਦੀ ਕੇਟਰਿੰਗ ਦੇ ਲਈ ਹਰਨੇਕ ਕੋਰਾਨਾ ਕਰੋ ਸੰਪਰਕ 6045187444 ਦੇ ਉੱਤੇ। ਕੰਮ ਦੀ ਤਲਾਸ਼ ਦੇ ਵਿੱਚੋਂ ਦੀ ਤਾਂ ਕੰਪਨੀ ਨੂੰ ਲੋਕਲ ਤੇ ਲੌਂਗ ਹਾਲ ਟਰੱਕ ਡਰਾਈਵਰ ਤੁਰੰਤ ਚਾਹੀਦੇ ਹਨ। ਤੁਹਾਡੇ ਪਾਸ ਬਰਸ਼ ਤੇ 1 ਸਾਲ ਦਾ ਤਜਰਬਾ ਹੈ। 604 725 4259 ਤੇ ਕਰ ਸਕਦੇ ਹੋ ਕਾਲ। ਲੌਂਗ ਹਾਲ ਡਰਾਈਵਰਸ ਨੂੰ 70 ਸੈਂਟ ਪ੍ਰਤੀ ਮੀਲ ਦੇ ਹਿਸਾਬ ਦੇ ਨਾਲ ਪੇ ਕੀਤਾ ਜਾਏਗਾ। ਸੋ ਤੁਸੀਂ ਟਰੱਕ ਡਰਾਈਵਰ ਹੋ, 1 ਸਾਲ ਦਾ ਤੁਹਾਡੇ ਪਾਸ ਤਜਰਬਾ ਹੈ, ਤੁਸੀਂ ਲੋਕਲ ਟਰੱਕ ਚਲਾਉਣਾ ਚਾਹੁੰਦੇ ਹੋ ਜਾਂ ਲੌਂਗ ਹਾਲ, ਤਾਂ ਕਰੋ ਕਾਲ 6047254259 ਦੇ ਉੱਤੇ। ਫੌਜਦਾਰੀ ਮਾਮਲਾ ਪੈ ਗਿਆ। ਸੈਕਸ਼ੂਅਲ ਅਸੌਲਟ, ਥੈਫਟ ਤੇ ਡਰਾਈਵਿੰਗ ਅਫੈਂਸਿਸ ਵਰਗੇ ਚਾਰਜਸ ਦਾ ਸਾਹਮਣਾ ਕਰ ਰਹੇ ਹੋ ਤਾਂ ਫੌਜਦਾਰੀ ਦੇ ਮਾਮਲੇ ਨਾਲ ਨਿਪਟਣ ਦੇ ਲਈ ਕ੍ਰਿਮੀਨਲ ਲਾਇਰ ਗਗਨ ਨਾਲ ਨੂੰ 6004 527 4769 ਦੇ ਉੱਤੇ ਕਰੋ ਸੰਪਰਕ। BC, ਅਲਬਰਟਾ, ਮੈਨੀਟੋਬਾ ਤੇ ਅੰਟਰੀਓ ਵਰਗੇ 4 ਸੂਬਿਆਂ ਦੇ ਵਿੱਚ ਬੜੇ ਹਾਈ ਪ੍ਰੋਫਾਈਲ ਤੇ ਕੰਪਲੀਕੇਟਡ ਜਿਹੜੇ ਕੇਸ ਨੇ ਉਹ ਜਿੱਤ ਕੇ ਆਪਣੇ ਕਲਾਇੰਟਸ ਨੂੰ ਦੇ ਚੁੱਕੇ ਕ੍ਰਿਮੀਨਲ ਲਾਇਰ ਗਗਨ ਨਾਲ ਦੇ ਦਫ਼ਤਰ ਦਾ ਪਤਾ 6625 A ਸਟਰੀਟ, 6045274769 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬਾਕੀ ਜੀ ਯਾਦ ਦਿਲਾ ਦਈਏ, ਘਰ ਨਵਾਂ ਬਣਾ ਰਹੇ ਹੋ, ਰੈਨੋਵੇਟ ਕਰ ਰਹੇ ਹੋ, ਤਾਂ ਹਾਈ ਐਂਡ ਬ੍ਰਾਂਡ ਨੇਮਸ ਨੂੰ ਕੈਰੀ ਕਰਨ ਵਾਲੇ ਲੋਅਰ ਮੇਨਲੈਂਡ ਦੇ ਮਸ਼ਹੂਰ ਨਾਮ HTA ਪ੍ਰੋਡਕਟਸ ਦੇ ਸਟੋਰ ਦੇ ਵਿੱਚ ਜਾਣਾ ਬਣਦਾ ਹੈ। ਸ਼ਾਨਦਾਰ ਸ਼ੋਰੂਮਸ ਨੇ, ਸ਼ੋਰੂਮ 'ਚ ਜਾਓ, ਚੱਲਦੇ ਪ੍ਰੋਡਕਟ ਦੇਖੋ, ਪਸੰਦ ਕਰੋ, ਆਪਣੇ ਘਰ ਦੇ ਵਿੱਚ ਲਗਵਾਓ। ਸ਼ੋਰੂਮ ਰਿਚਮੰਡ, ਵੈਨਕੂਵਰ ਤੇ ਸਰੀ ਵਿਖੇ ਨੇ। ਔਰ HTA ਪ੍ਰੋਡਕਟਸ ਦੇ ਮਤਲਬ ਕਿਸੇ ਪ੍ਰਕਾਰ ਦੀ ਹੋਰ ਜਾਣਕਾਰੀ ਦੇ ਲਈ ਸਭ ਵੀ ਔਲਖ ਖੁਰਾਂ ਨੂੰ ਕਰ ਸਕਦੇ ਹੋ ਕਾਲ 6047285339 ਦੇ ਉੱਤੇ। ਔਰ ਮੀਡੀਆ ਵੇਵ ਦੇ ਪਲੇਟਫਾਰਮ ਤੋਂ ਅੱਜ ਗੱਲਬਾਤ ਜਿਹੜੀ ਚੱਲ ਰਹੀ ਹੈ ਖਰਾਤੀ ਸੰਸਥਾਵਾਂ ਦੇ ਸੰਬੰਧ ਦੇ ਵਿੱਚ ਹੈ। ਅਟੇਰਾ ਦਾ ਜਿਹੜਾ ਦਾਰੋ ਮਦਾਰ ਪਿਛਲੇ ਕੁਝ ਸਾਲਾਂ 'ਚ ਜੋ ਕੁਝ ਚੱਲਿਆ ਉਸ ਤੋਂ ਸਾਰੇ ਵਾਕਫ ਨੇ, ਪਰ ਉਹ ਮਨ ਜਿਹੜੇ ਨਹੀਂ ਹਨ ਯਾਦ ਰਹੇ। ਇਹ ਬਹੁਤ ਜ਼ਿਆਦਾ ਵੱਡੀ ਖਰਾਤੀ ਸੰਸਥਾ ਹੈ ਜਿਹਦੇ ਅੰਡਰ SROs ਵਗੈਰਾ ਹਨ, ਵਿਮਨ ਰਿਸੋਰਸ ਸੈਂਟਰਸ ਹਨ ਜਿਨ੍ਹਾਂ ਨੂੰ ਉਹ ਚਲਾਉਂਦੀ ਹੈ, ਔਰ ਮਿਲੀਅਨਸ ਆਫ ਡਾਲਰਸ ਦਾ ਇਹਨਾਂ ਦਾ ਬਜਟ ਹੈ। ਔਰ ਉਸ ਦੇ ਵਿੱਚ ਕਿਸ ਪ੍ਰਕਾਰ ਦੀਆਂ ਜਿਹੜੀਆਂ ਕਤਾਈਆਂ ਵੱਡੇ ਲੈਵਲ ਦੇ ਉੱਤੇ ਕੋਡ ਆਫ ਕੰਡਕਟ ਹੈ ਜਿਹੜਾ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਕੋਈ ਵੀ ਵਿਅਕਤੀ, ਕੋਈ ਵੀ ਸੰਸਥਾ ਜਦੋਂ ਇਸ ਦੀਆਂ ਕਤਾਈਆਂ ਕਰਦੀ ਆ, ਉਹ ਸਭ ਤੋਂ ਪਹਿਲਾ ਸਾਈਨ ਹੁੰਦਾ ਹੈ ਕਿ ਉਹ ਆਪਣੇ ਰਾਹ ਤੋਂ ਭਟਕ ਚੁੱਕੀ ਹੈ, ਗੱਡੀ ਲਈ ਤਾਂ ਉਤਰ ਗਈ। ਫਿਰ ਤਾਂ ਕ੍ਰੈਸ਼ ਲੈਂਡਿੰਗ ਹੁੰਦੀ ਹੈ। ਅਟੀਰਾ ਦੀ ਕ੍ਰੈਸ਼ ਲੈਂਡਿੰਗ ਹੋਈ ਹੈ ਔਰ ਆਪਣੀ ਲਾਈਨ ਤੋਂ ਉਤਰੀ ਹੋਈ ਹੈ ਔਰ ਤੇਜ਼ ਭੱਜ ਰਹੀ ਹੈ, ਇਹ ਸੋਚ ਕੇ ਸੁਧਾਰ ਕਰਨ ਦੀ ਬਜਾਏ ਜਿਹੜੀ ਆਪਣੀ ਸੰਸਥਾ ਪਿਕਸ ਆ ਉਹ ਤੇਜ਼ ਹੋ ਰਹੀ ਹੈ। ਕਚੱਜਾ ਡਰਾਈਵਰ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਜਦੋਂ ਪਤਾ ਹੋਵੇ ਕਿ ਗੱਡੀ ਲਾਈਨ ਤੋਂ ਉਤਰ ਗਈ ਤਾਂ ਉਹਦੀ ਸਪੀਡ ਘਟਾਈ ਜਾਂਦੀ ਹੈ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ। ਆਪਣੀਆਂ ਕਤਾਈਆਂ ਦੀ ਲਾਈਨ ਦੀ ਸਪੀਡ ਘਟਾਈ ਜਾਂਦੀ ਹੈ। ਪਰ ਸਾਡਾ ਲੁੰਗਲਾਣਾ ਜਿਹੜਾ ਉਹ ਕਹਿੰਦਾ ਭੱਜ ਕੇ ਲੰਘ ਜਾਓ, ਬਚ ਜਾਾਂਗੇ। ਔਰ ਪਿਕਸ ਦੇ ਵਿੱਚ ਕਤਾਈਆਂ ਦੀ ਜਿਹੜੀ ਲੌਂਗ ਲਾਈਨ ਹੈ ਨਾ, ਉਹਦੇ ਵਿੱਚ ਗੱਡੀ ਪੂਰੀ ਤੇਜ਼ ਸਪੀਡ ਨਾਲ ਵਧਾਈ ਜਾ ਰਹੀ ਹੈ। ਕੋਡ ਆਫ ਕੰਡਕਟ ਦੀਆਂ ਪਹਿਲਾਂ ਧੱਜੀਆਂ ਉਡਾਈਆਂ ਜਾਂਦੀਆਂ ਰਹੀਆਂ ਨੇ ਔਰ ਹੁਣ ਨੈਤਿਕ ਤੌਰ ਦੇ ਉੱਤੇ ਜਿਹੜੀਆਂ ਧੱਜੀਆਂ ਉਡਾਉਣ ਦੀਆਂ ਪ੍ਰਕਿਰਿਆਵਾਂ ਮੇਰੇ ਪਾਸ ਪਹੁੰਚੀਆਂ ਨੇ ਨਾ, ਡੁੱਬ ਮਾਰਨ ਪਰ ਸ਼ਰਮ ਤਾਂ ਉਹਨੂੰ ਹੁੰਦੀ ਹੈ ਜਿਹਨਾਂ ਨੂੰ ਸ਼ਰਮ ਹੋਵੇ ਇਹੋ ਜਿਹੇ ਕੰਮ ਹੀ ਨਹੀਂ ਕਰਦੇ। ਆਸ਼ਿਆਨਾ ਹੈਰਾਨੀਜਨਕ ਗੱਲ ਇਹ ਹੋਈ ਜਦੋਂ ਉਹਨਾਂ ਨੇ ਦੱਸਿਆ, ਕੁਝ ਕੁ ਲੋਕਾਂ ਨੇ ਮੈਨੂੰ ਦੱਸਿਆ, ਕਹਿੰਦੇ ਜੀ ਅਸੀਂ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਗੱਲ ਕੀਤੀ ਵੀ ਕੀ ਹੋ ਰਿਹਾ ਪਿਕਸ ਦਾ, ਵੀ ਇੰਨਾ ਜ਼ਿਆਦਾ ਕੁੜੀਆਂ ਕਹਿੰਦੀਆਂ ਨੇ ਵੀ ਤੁਸੀਂ ਦੇਖੋ ਤਾਂ ਸਹੀ, ਸਾਨੂੰ ਪਤਾ ਹੈ, ਸਾਨੂੰ ਲੋਕ ਵੀ ਆ ਕੇ ਦੱਸਦੇ ਆ, ਬਟ ਯੂ ਪੀਪਲ ਆਰ ਡੂਇੰਗ। ਮਲਮੀ ਜੀ ਜਵਾਨ ਨਾਲ ਕਹਿੰਦੇ ਉਹ ਫਿਰ ਆਪਣੀ ਜਿਹੜੀ ਸੰਸਥਾ ਕਮਿਊਨਿਟੀ ਦੀ ਉਹ ਬਦਨਾਮ ਹੋ ਜੂਗੀ, ਖਰਾਬ ਹੋ ਜੂਗੀ, ਬੰਦ ਹੋ ਜੂਗੀ, ਨੁਕਸਾਨ ਹੋ जूगा पिक्स का। चुने हुए नुमाइंदे कह रहे आई एम सरप्राइज। वैसे दीदी अगर देखा जाए तो पिक्स का ये जो ऑडिट किया गया था, पिक्स वालों ने खुद पैसे पे कर कर खुद ही अपना ऑडिट करा ली, यानी खुद बोल कर के ये चीज़ें देख लो जी और हमें रिपोर्ट दे दो। ये कोई ऑडिट हुई? यानी मैं कहूँ कि मैंने अपने आप पे इन्वेस्टिगेशन कराना, मैंने पैसे देना, इन्वेस्टिगेटर को हायर करना और अपने आप पे इन्वेस्टिगेशन करा लेना, तो मैं जो जो कहूँगी वही वही रिपोर्ट में आएगा। तो इसके वजह से अगर पिक्स वाले ये सोचते हैं कि वो लोगों की ज़बान बंद कर देंगे कि हमने जी ऑडिट कराया था, ऑडिट में देखो ये आ गया। यहाँ पर छोटे छोटे बच्चों को भी पता है कि ये ऑडिट पिक्स वालों ने खुद करवाया। सरकार क्यों नहीं ऑडिट करा रही है? ये ऑडिट तो एक थर्ड पार्टी को करना चाहिए, सो दैट ये पता चले कि एलिगेशंस क्या है, पिक्स के अंदर हो क्या रहा है और वाकई सही बात है या नहीं है। कौन सी ऐसी बात है जो हम लोगों ने पूछा और वो इस ऑडिट में साबित किया गया? दिस इज समथिंग दैट वी वांट टू नो। सतबीर कहता है कि कमल कुमन जो है वो उसका क्लोज रिलेटिव नहीं है। अब बुआ जी के बेटे का बेटा क्लोज रिलेटिव नहीं है तो क्या है, ये भी सोचो ज़रा। दूसरी बात, जो सतबीर से पूछा गया कि सैस्कैचुअन में इसने पहले वाले जो 2017 में जो प्रेसिडेंट था, क्या उसके साथ इन्होंने बोर्ड के प्रेसिडेंट के साथ, चेयर के साथ इसने प्रॉपर्टी ली थी या नहीं ली थी, और पिछले 3 महीने पहले इसने जाके उस प्रॉपर्टी से अपना नाम निकलवाया या नहीं निकलवाया। इसके अलावा जो कंसल्टिंग फर्म को हायर किया गया था गुरु नानक डाइवर्सिटी विलेज के लिए, वो फर्म का उसको हायर किया था, वो फर्म का प्रेसिडेंट के साथ प्रॉपर्टी शेयरिंग है या नहीं थी। इसके बाद जो कंसल्टिंग फर्म हायर की है उनके पास कौन सी एक्सपीरियंस थी और उन्होंने क्या किया और कितने पैसे सतबीर ने उन्हें पे किया, क्या वाकई वो पैसे उन्हें पे करना चाहिए था या नहीं चाहिए था।
क्या सतबीर चीमा के अकाउंट्स को चेक किया गया, ऑडिट किया गया कि कितने पैसे गए इनके अकाउंट्स में और पिक्स से कितने पैसे गए हैं? रेट्रो पे के अंदर जितने पैसे इन्होंने लिए है वो कितने थे? ये सारी बातें ऑडिट में नहीं शामिल है और ये बातों का हिसाब किताब कौन देगा? अटायरा जिस तरह से अपने कोड ऑफ कंडक्ट रीसेटिंग कर रहा है, पिक्स वाले इस बात को मानने को नहीं तैयार है कि हमारे अंदर घपले हो रहे हैं और शरेआम हो रहे हैं। ये मानने को तैयार नहीं है। अभी तो बहुत सारी बातें असिस्टेड लिविंग के ऊपर खुलकर हमारे सामने आ रहे हैं कि असिस्टेड लिविंग में क्या क्या हो रहा है, किस तरह से काम हो रहे हैं, लेकिन पिक्स वाले किसी भी बात को एक्नॉलेज नहीं करना चाहते। अब बोर्ड ऑफ डायरेक्टर्स में देख लो कौन कौन शामिल है। पिक्स के बोर्ड ऑफ डायरेक्टर्स सतबीर चीमा के सारे यार बेलियां। कौन है जो पिक्स के बकरा पार्टी वाला नहीं है, जो पिक्स के बोर्ड में बैठा हुआ है? शरेआम एक सस्पेंडेड रियल्टर कैंप पवार बोर्ड में बैठा हुआ है। एक सस्पेंडेड रियल्टर का कैंप पवार का सरी के पिक्स के बोर्ड में बैठने का क्या मतलब है, क्या वजह है? और किस चीज की हेराफेरी करेंगे? क्या पिक्स के अंदर कोई रियल एस्टेट ट्रांजैक्शंस हो रहा है? और इसमें जो मास्टरमाइंड है सस्पेंडेड रियल्टर कैंप पवार का कोई इसमें लेना देना है? दीज आर द थिंग्स कमिंग अप। और इस तरह के लोगों को अगर हम नॉन प्रॉफिट ऑर्गेनाइजेशन के बोर्ड ऑफ डायरेक्टर बना के बैठाएंगे, ये एक ट्रस्टेड ऑर्गेनाइजेशन है, लोग इन्हें ट्रस्ट करेंगे? पिक्स के नाम इतना ज्यादा खराब हो गया है, अगर सरकार के, आप बता रहे थे कि एमएलए कह रहे कि नाम खराब हो रहा है जी, हमारा संस्था बंद हो जाएगा। आप लोगों को संस्था बंद होने का परवाह है, आप लोगों को अपने कौम की इज्जत का परवाह नहीं है। आप लोगों को ये फिक्र है कि कहीं संस्था नहीं बंद हो जाए, लेकिन संस्था के अंदर जो कारगुजारी है वो वैसे करप्ट ही होना चाहिए। दिस इज व्हाट यू गाइज वांट? करप्शन के वजह से सरकार बदल जाती है। आप लोग यहां एक ऑर्गेनाइजेशन के सीईओ और बोर्ड ऑफ डायरेक्टर्स को क्वेश्चन नहीं कर सकते और ऑडिट नहीं करा सकते हो? फिर किस काम के एमएलए आप लोग हो? किस लिए हम लोग आपको वोट्स देकर आपको कामयाब करेंगे? एक नॉन प्रॉफिट ऑर्गेनाइजेशन तो आप लोगों से संभाला नहीं जाता। और कितना सबूत चाहिए आपको? एसआरओ देख लो, अटायरा देख लो, पिक्स के अंदर जो जो हो रहा है, क्या ये मतलब है डिस्क्रिमिनेशन हो रही है कि अपना संस्था है तो बचा लो, दूसरों का है तो उसको खोल दो? दिस इज रॉन्ग। अगर एमएलए ये बात कह रहे हैं तो दे आर डैम रॉन्ग अबाउट इट। कोई भी संस्था है, नॉन प्रॉफिट है, जिसको हमारे खैरात दिया जाता है, फंडिंग्स दिया जाता है कि यू रन दिस ऑर्गेनाइजेशन, और ये लोग अगर ऑर्गेनाइजेशन की इस तरह से धज्जी उड़ाते हैं तो फिर ये एमएलए का ये कहना शर्म आनी चाहिए। एमएलए को ये बात कहते हुए कि संस्था बचा रहे हैं। तुम्हारे घर के अंदर अगर इस तरह के कोई करप्ट काम होगा तो आप यही कहोगे कि हम अपने घर बचा रहे हैं? दिस इज एब्सोल्युटली रॉन्ग। कोई भी एमएलए अगर ये बात कह रहा है ये गलत है और नहीं कहना चाहिए। जहां गलत है वहां पे खड़े हो एक ग्रेट स्ट्रॉन्ग एमएलए की तरह। याद रखो, पिक्स के अंदर जो भी कुछ हो रहा है, अगर आप लोग इसकी एक्शन नहीं लोगे तो आप लोग भी उतने ही जिम्मेदार होंगे। जो गुनाह पिक्स के अंदर हो रहा है, सारे एमएलए जो ये बात कह रहे हैं कि हम संस्था बचा रहे हैं, यू आर रिस्पॉन्सिबल फॉर दैट। ਅੱਛਾ ਨਾ, ਇੱਕ ਗੱਲ ਹੋਰ, हाँ जी, ਇਹ ਗੱਲ ਦਾ ਆਪਾਂ ਜ਼ਿਆਦਾ ਸਵਾਲ ਉਠਾਉਂਦੇ ਸੀ ਕਿ ਪੋਲੀਟੀਸ਼ੀਅਨਾਂ ਦਾ ਔਰ ਪਿਕਸ ਦੇ ਜਿਹੜੇ ਜੁੰਡਲੀ ਆ, ਇਹਨਾਂ ਦਾ ਆਪਸੀ ਕੀ ਸੰਬੰਧ ਹੈ। ਇਹ ਗੱਲਾਂ ਕਲੀਅਰਲੀ ਸਾਹਮਣੇ ਆ ਰਹੀਆਂ ਨੇ ਕਿ ਚਾਹੇ ਐਮਐਲਏ ਨੇ ਤੇ ਚਾਹੇ ਮਿਨਿਸਟਰ ਨੇ, ਇਹ ਆਪਣੀਆਂ ਵੋਟਾਂ ਦੀ ਖਾਤਰ ਇੰਨੇ ਲੰਮੇ ਸਮੇਂ ਤੱਕ ਪਿਕਸ ਦੇ ਵਿੱਚ ਹੋ ਰਹੀਆਂ ਜਿਹੜੀਆਂ ਕਤਾਈਆਂ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦੇ ਆਏ ਨੇ। ਫਿਰ ਤਾਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਇਹ ਤਾਂ ਕਾਬਲ ਹੀ ਹੈ ਨਹੀਂ ਗੇ। ਖੈਰਾਤੀ ਸੰਸਥਾ ਦੇ ਨਾਲ ਸੰਬੰਧਿਤ ਬੋਰਡ ਆਫ ਡਾਇਰੈਕਟਰਸ ਹੋਣ,
ਚੇਅਰ ਹੋਵੇ, CEO ਹੋਵੇ, ਡਾਇਰੈਕਟਰਸ ਹੋਣ, ਉਹਨਾਂ ਦੀਆਂ ਕਤਾਈਆਂ ਨੂੰ ਤੁਸੀਂ ਇਸ ਕਰਕੇ ਢਕੋ ਕਿ ਇਹ ਸੰਸਥਾ ਸਾਡੀ ਸੋਚ ਆ ਜਾਂ ਸਾਡੀ ਪਾਰਟੀ ਆ ਜਿਹੜੀ ਉਹਦੇ ਲਈ ਵੋਟਾਂ ਦਾ ਗੜ੍ਹ ਹੈ, ਤਾਂ ਤੁਸੀਂ ਜਿਹੜੀ ਤੁਹਾਡੀ ਪਾਰਟੀ ਦਾ ਪਹਿਲਾ ਅਕੀਦਾ ਹੈ ਉਹਦੇ ਤੇ ਪੂਰੇ ਨਹੀਂ ਉਤਰਦੇ, ਫਿਰ ਤਾਂ ਤੁਸੀਂ ਪਾਰਟੀ ਦੇ ਵੀ ਸਕੇ ਹੈ ਨਹੀਂ। ਕਿੰਨੇ ਮਿਸਕੰਡਕਟ ਨੇ ਜਿਨ੍ਹਾਂ ਦੇ ਬਾਰੇ ਸਾਡੇ ਪਾਸ ਮੈਸੇਜ ਆਏ ਹੋਏ ਨੇ, ਈਮੇਲਾਂ ਆਈਆਂ ਹੋਈਆਂ ਨੇ, ਵਰਨਾ ਕਿਸੇ MLA ਦੀ ਘਰ ਵਾਲੀ ਇੰਟਰਵਿਊ ਲੈਣ ਦੇ ਟਾਈਮ ਦੇ ਉੱਤੇ ਇਹ ਬੋਲਣ ਦੀ ਜੁਰਤ ਕਰੇ ਕਿਸੇ ਵੀ ਵਿਅਕਤੀ ਨੂੰ ਵੀ ਮੈਂ ਇੰਨੇ ਬੰਦੇ ਪਹਿਲਾਂ ਫਾਇਰ ਕੀਤੇ ਹੋਏ ਨੇ। ਇਹ ਪਿਕਸ ਹੈ, ਇਹ ਖਰਾਤੀ ਸੰਸਥਾ ਹੈ, ਜਾਂ ਕਿ ਕਿਸੇ ਨੂੰ ਮੈਂਟਲੀ ਡਿਮੋਰਲਾਈਜ਼ ਤੇ ਡਰਾਉਣ ਦਾ ਅੱਡਾ ਹੈ। CEO ਦੀ ਕਿਉਂ ਜ਼ਰੂਰਤ ਨਹੀਂ ਪਈ ਕਿ ਉਸ ਅਧਿਕਾਰੀ ਨੂੰ, ਚਾਹੇ ਉਹ MLA ਦੀ ਘਰ ਵਾਲੀ ਹੈ, ਚਾਹੇ ਮਿਨਿਸਟਰ ਦੀ ਘਰ ਵਾਲੀ, ਨੂੰ ਫਾਇਰ ਕਿਉਂ ਨਹੀਂ ਕੀਤਾ ਗਿਆ? ਅਗਰ ਕਿਸੇ ਪ੍ਰਾਈਵੇਟ ਆਰਗੇਨਾਈਜੇਸ਼ਨ ਹੁੰਦੀ, ਪ੍ਰਾਈਵੇਟ ਅਦਾਰਾ ਹੁੰਦਾ, ਵਪਾਰ ਹੁੰਦਾ, ਤੇ ਉਹਦੇ ਵਿੱਚ ਇਹ ਕਾਰਗੁਜ਼ਾਰੀ ਹੁੰਦੀ, ਉਹਦੇ ਲਈ ਤਾਂ ਫਿਰ NDP ਦੇ ਸੋ ਕਾਲਡ ਸਾਰਿਆਂ ਨੇ ਜੀ ਵਰਕਿੰਗ ਵਾਲੇ, ਕੰਮ ਵਾਲੇ, ਕੰਮਿਆਂ ਦੇ ਅਧਿਕਾਰਾਂ ਨਾਲ ਲੜਨ ਵਾਲੇ ਫਟਾਫਟ ਪੂੰਛਾਂ ਚੱਕ ਕੇ ਖੜ ਜਾਣਾ ਸੀ ਇਹਨਾਂ ਨੇ। ਇਹਦਾ ਮਤਲਬ ਆਮ ਲੋਕਾਂ ਨਾਲ, ਉਹਨਾਂ ਦੇ ਦੇਣ ਵਾਲੀਆਂ ਸੇਵਾਵਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਨਸੰਗ ਨਾਚ ਹੈ, ਖੇਡਿਆ ਜਾ ਰਿਹਾ। ਵਰਨਾ ਪਿਕਸ ਦੀ ਜ਼ਰੂਰਤ ਨਾ ਪੈਂਦੀ, ਆਸ਼ਾ ਨਾ ਜ਼ਰੂਰਤ ਨਾ ਪੈਂਦੀ ਇੱਕ ਖਰਾਤੀ ਸੰਸਥਾ ਜਿਹੜੀ ਦੂਸਰਿਆਂ ਦੇ ਦਿੱਤੇ ਦੇ ਉੱਤੇ ਚੱਲਦੀ ਹੈ, ਉਹ ਇਸ ਤਰ੍ਹਾਂ ਦੇ ਕੰਡਕਟ ਕਰਨ ਦੀ ਜ਼ਰੂਰਤ ਨਾ ਪੈਂਦੀ ਅਗਰ ਉਹਦੇ ਵਿੱਚ ਮਿਲੀ ਜੁਲੀ ਘੁਪਤਾ ਜਿਹੜੀ ਇਹ ਚੁਣੇ ਹੋਏ ਨੁਮਾਇੰਦਿਆਂ ਦੀ ਨਾ ਹੁੰਦੀ। ਜੇ ਸਿਰ ਤੇ ਡੰਡਾ ਹੋਵੇ ਤੀਰ ਵਾਂਗੂ ਸਾਰੇ ਸਿੱਧੇ ਹੁੰਦੇ ਆ। ਇਹਦਾ ਮਤਲਬ ਸਰਕਾਰ ਦੇ ਵਿੱਚ ਆਪਣੇ ਆਪ ਦੀ ਸੀਟ ਸਥਾਪਿਤ ਰੱਖਣ ਦੇ ਲਈ ਇਹੋ ਜਿਹੇ MLA ਨੇ ਜਿਹੜੇ ਉਹ MLA ਦੇ ਨਾਲ MP ਵੀ ਇਹੋ ਜਿਹੇ ਨੇ, ਪਾਰਟੀਆਂ ਜਿਹੜੀਆਂ ਮਰਜ਼ੀ ਹੋਣ, ਸਾਰੇ ਆਪਣੇ ਵੋਟਾਂ ਤੱਕ ਨੂੰ ਮਕਸਦ ਰੱਖਦੇ ਹੋਏ ਇਹਨਾਂ ਦੇ ਮੂਹਰੇ ਆਪਸ ਵਿੱਚ ਹੀ ਮੈਂ ਕਹਿੰਦੀ ਹਾਂ ਵਿਕੇ ਹੋਏ ਨੇ। ਇਹ ਕਹਿ ਸਕਦੀਆਂ ਵੀ ਸੱਪ ਨੂੰ ਲੜੇ, ਜ਼ਹਿਰ ਕਿਹਨੂੰ ਚੜੇ। ਵਰਨਾ ਖਰਾਤੀ ਸੰਸਥਾ ਚਾਹੇ ਉਹ ਧਾਰਮਿਕ ਅਕੀਦੇ ਨੂੰ ਚਲਾਉਂਦੀ ਹੋਵੇ, ਚਾਹੇ ਸੋਸ਼ਲ ਪ੍ਰੋਗਰਾਮ ਨੂੰ ਚਲਾਉਂਦੀ ਹੋਵੇ, ਉਹਨਾਂ ਦੀ ਜ਼ਰੂਰਤ ਕਿਵੇਂ ਪੈ ਜਾਵੇ ਕੋਡ ਆਫ ਕੰਡਕਟ ਤੋਂ ਬਾਹਰ ਜਾਣ ਦੀ, ਜਦੋਂ ਕਿ ਟਕਾ ਸਾਰਾ ਦਾ ਸਾਰਾ ਜਾਂ ਸਰਕਾਰ ਤੋਂ ਮਿਲਣਾ ਜਾਂ ਲੋਕਾਂ ਤੋਂ ਮਿਲਣਾ, ਔਰ ਲੋਕਾਂ ਨੂੰ ਚੁਣਨ ਵਾਲੇ, ਨੁਮਾਇੰਦਿਆਂ ਨੂੰ ਚੁਣਨ ਵਾਲੇ ਲੋਕ ਨੇ। ਇਹਨਾਂ ਨੁਮਾਇੰਦਿਆਂ ਦੇ ਵਿੱਚ ਅੱਕ ਹੈ ਨੀਗਾ, खैर ਇਹ ਟਕੇ ਤਾਂ ਖੁਦ ਵਿਕਦੇ ਆ। वापस आते हैं कुछ व्यापारिक संदेशों के बाद। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ, ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128th Street and 96th Avenue, 6045811900, 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ
12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553 ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604-527 4769 6625 A ਸਟਰੀਟ, ਸਰੀ। For all criminal charges, call Gagan Nahal 604-527-4769. ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ, ਸਰੀ ਦੇ ਵਿੱਚ। ਕਾਲ 604-503-0988। ਬਲੈਕ ਐਂਡ ਵਾਈਟ ਆਟੋ ਬੋਡੀ। कल सारे बड़े खुश सी। होना क्यों नहीं खुश, पेट जो उनके खुश थे। बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब बस कढ़ाई। बस 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 हुण नहीं रहा जांदा। बार्नीज कढ़ाई वाला है किथे? अपने सरी पिंड ते 8140 स्ट्रीट, second location 12889 84th Avenue, Surrey. Phone number 7785654416. चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीज कढ़ाई वाला, कभी नहीं भूलोगे। आप खुश, बानीज कढ़ाई वाला खुश। मीडिया वेव्स के प्लेटफॉर्म तो जी प्रोग्राम आप सब तक पहुंचा रहे हैं प्लान इंश्योरेंस के अमरिंदर सिंह नड्डा। लाइफ टर्म सुपरवीज़ा ट्रैवल ते नाल क्रिटिकल इलनेस डिसेबिलिटी इंश्योरेंस प्लान्स तुहाडी लोड़ मुताबक ढुकवीं प्लान इंश्योरेंस लैण दे लई तुहाडे नाल मिल के प्लान करनगे। तुहाडीआं लोड़ां मुताबक प्लान इंश्योरेंस दे अमरिंदर सिंह नड्डा 604-363-2200 ते करो कॉल जां जी फिर विजिट करो planinsurance.ca दे उत्ते। घर बना रहे हो नवां जां रेनोवेट कर रहे हो तां ग्रेट ब्लाइंड्स दे शोरूम दे विच जरूर मारो गेड़ा। साडे लोकल मैन्युफैक्चरर ने, कीमतां बड़ियां लाजवाब ने और मॉडर्न डिज़ाइन दे लेटैसट जिहड़े डिज़ाइन ने, मॉडर्न डिज़ाइन ने लेटैसट, उन्हां दी कलैक्शन इन्हां पास शोरूम च वड्डी मात्रा च है। और ग्रेट ब्लाइंड्स दा इकलौता शोरूम है यूनिट नंबर 14 13478 78th एवेन्यू। टैलीफोन नंबर 604-503 7007 है 604-503-7007। ग्रेट ब्लाइंड्स वालों का अमरीका वाले लिए अमरीका विखे शोरूम है और उसका पता है 3705 अवॉर्ड वे, अवॉर्ड वाशिंगटन। टेलीफोन नंबर 2533217007। info@greatblindscanada.com ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਬਾਕੀ ਜੀ ਗੱਡੀ ਦਾ ਹੋ ਗਿਆ ਐਕਸੀਡੈਂਟ, ਗੱਡੀ ਦੇ ਟੁੱਟ ਭੱਜ, ਉਸ ਨੂੰ ਬਿਲਕੁਲ ਨਵੀਂ ਨਮਕੋਰ ਬਣਾ ਕੇ ਦੇਣਗੇ ਬਲੈਕ ਐਂਡ ਵਾਈਟ ਆਟੋ ਬੋਡੀ ਵਾਲੇ। ਬਲੈਕ ਐਂਡ ਵਾਈਟ ਆਟੋ ਬੋਡੀ ਵਾਲਿਆਂ ਦਾ ਕਹਿਣਾ ਕਿ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਹਨਾਂ ਨੂੰ 604-503-0988 ਤੇ ਪਸ਼ਮਿੰਦਰ ਗੁਰਮ ਦੇ ਨਾਲ ਜ਼ਰੂਰ ਗੱਲਬਾਤ ਕਰੋ। ਬਲੈਕ ਐਂਡ ਵਾਈਟ ਆਟੋ ਬੋਡੀ ਵਾਲੇ ਤੁਹਾਡੀ ਟੁੱਟੀ ਭੱਜੀ ਗੱਡੀ ਨੂੰ ਨਵੀਂ ਨਕੋਰ ਬਣਾ ਕੇ ਦੇਣਗੇ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਕੰਮ ਲਾਜਵਾਬ ਕਰਦੇ ਨੇ, ਪ੍ਰੋਫੈਸ਼ਨਲ ਨੇ, ਪੂਰੇ ਪਰਫੈਕਟ ਕਲਰ ਮੈਚਿੰਗ ਕਰਦੇ ਨੇ। ਕਲੇਮ ਤੁਹਾਡਾ ICBC ਦਾ ਜਾਂ ਫਿਰ ਪ੍ਰਾਈਵੇਟ ਕਲੇਮ ਦੇ ਅੰਤਰਗਤ ਆਪਣੀ ਗੱਡੀ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ, ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪਸ਼ਮਿੰਦਰ ਗੁਰਮ ਨੂੰ ਇੱਕ ਕਾਲ ਜ਼ਰੂਰ ਕਰੋ 604-503-0988 ਦੇ ਉੱਤੇ। ਪਤਾ ਹੈ ਯੂਨਿਟ ਨੰਬਰ 16 7823 132 ਸਟਰੀਟ ਤੇ ਪਧਾਰ ਵੀ ਸਕਦੇ ਹੋ। ਬਾਕੀ ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਨਾ ਤਾਂ ਜੀ ਟੇਸਟ ਆਫ ਲਾਹੌਰ ਦੇ ਜਾਣਾ ਬਣਦਾ ਹੈ। ਆ ਟੇਸਟ ਆਫ ਲਾਹੌਰ 96 ਤੇ 120 ਦਾ ਕੋਨਾ, 96 ਤੇ 120 ਦੇ ਕੋਨੇ ਦੇ ਉੱਤੇ ਪੈਂਦੇ ਵੱਡੇ ਪਲਾਜ਼ੇ ਦੇ ਵੱਡੇ ਪਾਰਕਿੰਗ ਲੋਟ 'ਚ ਬਿਲਕੁਲ ਕੋਨੇ ਤੇ ਰੈਸਟੋਰੈਂਟ ਹੈ। 200 ਬੰਦੇ ਦੀ कैपेसिटी वाला इन्होंने पास हॉल भी है। लाहौर वर्गे स्वादू खाने का आनंद माणो 9525 120 उत्ते जाके जां खाने ऑर्डर कर सकते हो 604-498 6555 के उत्ते। बाकी वीकेंड बफे 11 तो लैके 3 के दौरान इन्हों का हुंदा चना मसाला, आलू की सब्जी, गोट पाया, बीफ निहारी, सूजी का हलवा, नान, पूरी, चाह।
ਇਸ ਦਾ ਆਨੰਦ ਮਾਣ ਸਕਦੇ ਹੋ। ਟੇਸਟ ਆਫ ਲਾਹੌਰ ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਸਹਿਯੋਗੀ ਨੇ, ਸਪਾਂਸਰ ਨੇ। ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਅੱਜ ਗੱਲਬਾਤ ਜਿਸ ਨੁਕਤੇ ਨਜ਼ਰ ਦੇ ਉੱਤੇ ਚੱਲ ਰਹੀ ਹੈ, ਖਰਾਤੀ ਸੰਸਥਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਅਟੀਰਾ ਨੇ 2 ਕੰਮ ਕੀਤੇ ਆ। ਉਹ ਕਹਿੰਦੇ ਅਸੀਂ ਇਹ ਸਾਡੀਆਂ ਸੰਸਥਾ ਦੇ ਵਿੱਚ ਹਰ ਪ੍ਰਕਾਰ ਦੀਆਂ ਹੋਈਆਂ ਜਿਹੜੀਆਂ ਕਤਾਈਆਂ ਨੇ ਉਹਨਾਂ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਉਹਨਾਂ ਦੀ 3 ਮਹੀਨੇ ਦੀ ਰਿਪੋਰਟ ਆਈ ਹੈ, ਪਹਿਲੇ 100 ਦਿਨਾਂ ਦੀ। ਉਸ ਰਿਪੋਰਟ ਦੇ ਵਿੱਚ ਸ਼ੁਰੂਆਤ ਹੈ ਕਿ ਰੀਸੈਟ ਕਰ ਰਹੇ ਨੇ ਆਪਣਾ ਸਾਰੇ ਦਾ ਸਾਰਾ ਦਾਰੋਮਦਾਰ ਵਿਗੜਿਆ ਹੋਇਆ, ਜਿਹਦੇ ਵਿੱਚ ਕੋਡ ਆਫ ਕੰਡਕਟ ਤੇ ਵਿਸਲ ਬਲੋਅਰ, ਭਾਵ ਕਿਸੇ ਵੀ ਪ੍ਰਕਾਰ ਦੀ ਤੁਹਾਡੇ ਪਾਸ ਜਾਣਕਾਰੀ ਹੈ, ਤੁਹਾਡਾ ਕੰਸਰਨ ਹੈ ਤਾਂ ਤੁਸੀਂ ਉਸ ਨੂੰ ਦੱਸੋ। ਉਸ ਦੇ ਲਈ ਸਿਖਾਵੇਂ ਜਿਹੜੇ ਵਾਤਾਵਰਨ ਨੇ ਪੈਦਾ ਕਿ ਯਾਦ ਰਹੇ ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਵੀ ਸੰਸਥਾ ਦੇ ਵਿੱਚ 100% ਲੋਕ ਨੇ ਜਿਹੜੇ ਉਹ ਉਸ ਦੇ ਨਾਲ ਸਹਿਮਤ ਹੋਣ। ਬਹੁਤੇਰੀ ਦਫਾ ਇਹ ਕਹਿ ਕੇ ਇਸ ਤਰ੍ਹਾਂ ਦਾ ਕਲਚਰ ਸਿਰਜ ਲਿਆ ਜਾਂਦਾ ਕਿ ਇਸ ਤਰ੍ਹਾਂ ਹੀ ਹੁੰਦਾ। ਆ ਸਾਡੀ ਆਪਣੀ ਪਿਕ ਸੰਸਥਾ ਇਸ ਚੀਜ਼ ਦੀ ਵੱਡੀ ਉਦਾਹਰਨ ਹੈ। ਹਾਂ, ਇਸ ਤਰ੍ਹਾਂ ਹੀ ਹੁੰਦਾ। ਹੌਲੀ ਹੌਲੀ ਇਹ ਕਲਚਰ ਆ ਬਹਾਲ ਕੀਤਾ ਜਾਂਦਾ ਹੈ, ਫਿਰ ਬਾਅਦ ਦੇ ਵਿੱਚ ਇਹ ਬ੍ਰੇਨ ਵਾਸ਼ਿੰਗ ਹੀ ਹੋ ਜਾਂਦੀ ਹੈ। ਬਹੁਤ ਹਾਲਾਤਾਂ ਦੇ ਵਿੱਚ ਜਾ ਕੇ ਇੱਥੇ ਤਾਂ ਐਂ ਹੀ ਹੁੰਦਾ, ਐਕਸੈਪਟ ਕਰ ਲਿਆ ਜਾਂਦਾ। ਗਲਤ ਤੇ ਸਹੀ ਦੀਆਂ ਜਿਹੜੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਉਹ ਤਾਂ ਪਹਿਲਾਂ ਹੀ ਤੋੜ ਦਿੱਤਾ ਜਾਂਦਾ ਹੈ। ਅਰੇ ਕੀਤਾ ਜਾਏ ਇੱਕ ਤਰੀਕੇ ਨਾਲ ਗਰਾਊਂਡ ਬਣਾਏ ਜਾਂਦੇ ਨੇ ਤਾਂ ਕਿ ਆਪਣੀਆਂ ਮਨਮਰਜ਼ੀਆਂ ਕੀਤੀਆਂ ਜਾ ਸਕਣ। ਔਰ ਅਗਰ ਇਸ ਤਰ੍ਹਾਂ ਦੇ ਵਾਤਾਵਰਨ ਦੇ ਵਿੱਚ ਕ੍ਰੀਏਟ ਕੀਤੇ ਹੋਏ ਇਨਵਾਇਰਮੈਂਟ ਦੇ ਵਿੱਚ ਕਰਪਟ ਲੋਕੀ ਜਿਹੜੇ ਨੇ ਉਹਨਾਂ ਦੇ ਪ੍ਰਫੁੱਲਤ ਹੋਣ ਦੇ ਚਾਂਸਸ ਬੜੇ ਵੱਧ ਜਾਂਦੇ ਨੇ।